ਹੈਲੋ ਅਤੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ। ਇਸ ਸੈਸ਼ਨ ਵਿੱਚ ਅਸੀਂ ਲੌਜਿਕ ਆਪਰੇਸ਼ਨਸ ਅਤੇ ਆਈਸੀਜ਼ ਬਾਰੇ ਗੱਲ ਕਰਾਂਗੇ ਜੋ ਡਿਜੀਟਲ ਸਰਕਟ ਦੇ ਵਿਸ਼ਲੇਸ਼ਣ ਅਤੇ ਡਿਜ਼ਾਈਨ ਲਈ ਵਰਤੇ ਜਾਂਦੇ ਹਨ। ਉਦੇਸ਼ ਇਸ ਸੈਸ਼ਨ ਦੇ ਅੰਤ ਵਿੱਚ ਤੁਸੀਂ ਇਹ ਕਰਨ ਦੇ ਯੋਗ ਹੋਵੋਗੇ। ਬੇਸਿਕ ਲੌਜਿਕ ਗੇਟਸ, ਆਈਸੀਜ਼ ਅਤੇ ਉਹਨਾਂ ਦੇ ਕਾਰਜਾਂ ਦੀ ਪਛਾਣ ਕਰਨਾ। ਇੰਟੀਗ੍ਰੇਟਿਡ ਸਰਕਟ ਦੀ ਜਾਣ ਪਹਿਚਾਣ। ਇਲੈਕਟ੍ਰੌਨਿਕਸ ਦੀ ਸ਼ਾਖਾ ਜੋ ਗੁਣਾਤਮਕ ਤੌਰ ਤੇ ਨਵੇਂ ਇਲੈਕਟ੍ਰੌਨਿਕ ਡਿਵਾਈਸ ਦੀ ਖੋਜ, ਵਿਕਾਸ ਅਤੇ ਉਪਯੋਗਤਾ ਨਾਲ ਸੰਬੰਧਿਤ ਹੈ, ਉਸ ਨੂੰ ਇੰਟੀਗ੍ਰੇਟਿਡ ਮਾਈਕਰੋ ਸਰਕਿਟਸ ਵਜੋਂ ਜਾਣਿਆ ਜਾਂਦਾ ਹੈ। ਇਹ ਸੈਮੀਕੰਡਕਟਰ ਬੇਸਡ ਚਿਪ ਹੈ ਜਿਸ ਵਿੱਚ ਡਿਜੀਟਲ ਸਰਕੇਟਰੀ ਦਾ ਸੈੱਟ ਹੁੰਦਾ ਹੈ। ਇੰਟੀਗ੍ਰੇਟਿਡ ਮਾਈਕਰੋ ਸਰਕਿਟਸ ਆਮ ਤੌਰ ਤੇ ਇੰਟੀਗ੍ਰੇਟਿਡ ਸਰਕਿਟ ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਇੱਕ ਘੱਟ ਕੀਮਤ ਵਾਲਾ ਇਲੈਕਟ੍ਰੌਨਿਕ ਸਰਕਿਟ ਹੁੰਦਾ ਹੈ ਜਿਸ ਵਿੱਚ ਐਕਟਿਵ ਅਤੇ ਪੈਸਿਵ ਕੰਪੋਨੈਂਟ ਹੁੰਦੇ ਨੇ ਜੋ ਸਿਲੀਕੌਨ ਦੀ ਇੱਕ ਸਿੰਗਲ ਕ੍ਰਿਸਟਲ ਚਿਪ ਤੇ ਇਕੱਠੇ ਹੁੰਦੇ ਨੇ। ਇਹ ਕੰਪੋਨੈਂਟਸ ਆਪਸ 'ਚ ਜੁੜ ਕੇ ਇੱਕ ਆਈਸੀ ਬਣਾਉਂਦੇ ਨੇ ਜਿਸ ਨੂੰ ਇੰਟੀਗ੍ਰੇਟਿਡ ਸਰਕਿਟ ਐਲੀਮੈਂਟਸ ਕਿਹਾ ਜਾਂਦਾ ਹੈ। ਡਿਜੀਟਲ ਆਈਸੀ 'ਚ ਜਾਣਕਾਰੀ ਨੂੰ ਬਾਈਨਰੀ ਅੰਕਾਂ ਦੁਆਰਾ ਦਰਸਾਇਆ ਜਾਂਦਾ ਹੈ। TTL ਜਾਂ ਟ੍ਰਾਂਜ਼ਿਸਟਰ ਲੌਜਿਕ ਅਤੇ CMOS ਕੰਪਲੀਮੈਂਟਰੀ ਮੈਟਲ ਆਕਸਾਈਡ ਸੈਮੀਕੰਡਕਟਰ ਦੋ ਕਿਸਮ ਦੀਆਂ ਤਕਨੀਕਾਂ ਨੇ ਜੋ ਇੰਟੀਗ੍ਰੇਟਿਡ ਸਰਕਿਟ ਜਾਂ ਆਈਸੀਜ਼ ਦੇ ਡਿਜ਼ਾਈਨ ਅਤੇ ਉਹਨਾਂ ਨੂੰ ਬਣਾਉਣ 'ਚ ਵਰਤੀਆਂ ਜਾਂਦੀਆਂ ਨੇ, ਖਾਸ ਕਰਕੇ ਡਿਜੀਟਲ ਤਰਕ ਸਰਕਟਾਂ 'ਚ। TTL ਡਿਵਾਈਸ ਆਪਣੀ ਗਤੀ ਅਤੇ ਮਜ਼ਬੂਤੀ ਲਈ ਜਾਣੇ ਜਾਂਦੇ ਨੇ। ਉਹ ਆਮ ਤੌਰ ਤੇ 5 ਵੋਲਟ ਦੀ ਪਾਵਰ ਸਪਲਾਈ ਤੇ ਚੱਲਦੇ ਨੇ। CMOS ਸਰਕਿਟ ਨੂੰ ਉਹਨਾਂ ਦੀ ਘੱਟ ਬਿਜਲੀ ਦੀ ਖਪਤ ਲਈ ਬਹੁਤ ਮਹੱਤਵ ਦਿੱਤਾ ਜਾਂਦਾ ਹੈ, ਖਾਸ ਤੌਰ ਤੇ ਜਦੋਂ ਇੱਕ ਸਟੈਟਿਕ ਜਾਂ ਆਈਡਲ ਸਟੇਟ ਵਿੱਚ ਹੁੰਦਾ ਹੈ। ਲੌਜਿਕ ਗੇਟ। ਇੱਕ ਲੌਜਿਕ ਗੇਟ ਉਹ ਡਿਵਾਈਸ ਹੈ ਜੋ ਡਿਜੀਟਲ ਸਰਕਿਟ ਲਈ ਇੱਕ ਬਿਲਡਿੰਗ ਬਲਾਕ ਦੀ ਤਰ੍ਹਾਂ ਕੰਮ ਕਰਦਾ ਹੈ। ਉਹ ਬੁਨਿਆਦੀ ਲੌਜੀਕਲ ਫੰਕਸ਼ਨ ਕਰਦੇ ਨੇ ਜੋ ਡਿਜੀਟਲ ਸਰਕਿਟਾਂ ਲਈ ਬੁਨਿਆਦੀ ਨੇ। ਜ਼ਿਆਦਾਤਰ ਇਲੈਕਟ੍ਰੌਨਿਕ ਡਿਵਾਈਸ ਜੋ ਅਸੀਂ ਅੱਜ ਵਰਤਦੇ ਹਾਂ ਉਹਨਾਂ 'ਚੋਂ ਕੁਝ ਲੌਜਿਕ ਗੇਟਸ ਦੇ ਵਾਂਗ ਹੀ ਹੋਣਗੇ। ਇੱਕ ਸਰਕਿਟ 'ਚ ਲੌਜਿਕ ਗੇਟਸ ਇਸ ਦੇ ਇਨਪੁਟ ਤੋਂ ਆਉਣ ਵਾਲੇ ਡਿਜੀਟਲ ਸਿਗਨਲਸ ਦੇ ਸੁਮੇਲ ਦੇ ਆਧਾਰ ਤੇ ਕੰਮ ਕਰਦੇ ਨੇ। ਜ਼ਿਆਦਾਤਰ ਲੌਜਿਕ ਗੇਟਸ ਦੇ 2 ਇਨਪੁਟ ਅਤੇ 1 ਆਉਟਪੁੱਟ ਹੁੰਦੇ ਨੇ ਅਤੇ ਉਹ ਬੂਲੀਅਨ ਐਲਜੈਬਰੇ ਤੇ ਆਧਾਰਿਤ ਹੁੰਦੇ ਨੇ। ਕਿਸੇ ਵੀ ਸਮੇਂ ਹਰ ਟਰਮੀਨਲ 2 ਬਾਈਨਰੀ ਸਥਿਤੀਆਂ 'ਚੋਂ ਇੱਕ ਵਿੱਚ ਹੁੰਦਾ ਹੈ, ਟਰੂ ਜਾਂ ਫਾਲਸ। ਫਾਲਸ 0 ਨੂੰ ਦਰਸਾਉਂਦਾ ਹੈ ਅਤੇ ਟਰੂ 1 ਨੂੰ ਦਰਸਾਉਂਦਾ ਹੈ। ਵਰਤੇ ਹੋਏ ਲੌਜਿਕ ਗੇਟ ਦੀ ਕਿਸਮ ਅਤੇ ਇਨਪੁਟਸ ਦੇ ਸੁਮੇਲ ਤੇ ਨਿਰਭਰ ਕਰਦੇ ਹੋਏ ਬਾਈਨਰੀ ਆਉਟਪੁੱਟ ਵੱਖਰਾ ਹੋਵੇਗਾ। ਇੱਕ ਲੌਜਿਕ ਗੇਟ ਨੂੰ ਇੱਕ ਲਾਈਟ ਸਵਿਚ ਵਾਂਗ ਵੇਖਿਆ ਜਾ ਸਕਦਾ ਹੈ, ਜਿੱਥੇ ਇੱਕ ਸਥਿਤੀ 'ਚ ਆਉਟਪੁੱਟ ਬੰਦ ਜਾਂ 0 ਹੁੰਦਾ ਹੈ ਤੇ ਦੂਜੀ 'ਚ ਇਹ ਚਾਲੂ ਜਾਂ 1 ਹੁੰਦਾ ਹੈ। ਲੌਜਿਕ ਗੇਟਸ ਆਮ ਤੌਰ ਤੇ ਇੰਟੀਗ੍ਰੇਟਿਡ ਸਰਕਿਟ ਵਿੱਚ ਵਰਤੇ ਜਾਂਦੇ ਨੇ। ਲੌਜਿਕ ਗੇਟਸ 3 ਤਰ੍ਹਾਂ ਦੇ ਹੁੰਦੇ ਨੇ: ਬੇਸਿਕ ਗੇਟਸ, ਔਰ, ਐਂਡ ਅਤੇ ਨੌਟ ਗੇਟਸ, ਯੂਨੀਵਰਸਲ ਗੇਟਸ, ਨੈਂਡ ਅਤੇ ਨੌਰ ਗੇਟਸ, ਡਰਾਈਵਡ ਗੇਟਸ, ਐਕਸਔਰ ਗੇਟਸ ਅਤੇ ਐਕਸਨੌਰ ਗੇਟਸ। ਐਂਡ ਲੌਜਿਕ ਗੇਟ ਲਈ ਆਈਸੀ। ਐਂਡ ਗੇਟ ਲੌਜੀਕਲ ਗੁਣਾਂ ਦਾ ਕੰਮ ਕਰਦਾ ਹੈ ਜਿਸ ਨੂੰ ਆਮ ਤੌਰ ਤੇ ਐਂਡ ਫੰਕਸ਼ਨ ਵਜੋਂ ਜਾਣਿਆ ਜਾਂਦਾ ਹੈ। 2 ਜਾਂ 2 ਤੋਂ ਵੱਧ ਇਨਪੁਟਸ ਲਈ ਐਂਡ ਗੇਟ ਸਿਰਫ ਤਾਂ ਹੀ ਹਾਈ ਆਉਟਪੁੱਟ ਪੈਦਾ ਕਰਦਾ ਹੈ ਜੇਕਰ ਸਾਰੇ ਇਨਪੁਟਸ ਹਾਈ ਹੋਣ। ਇਹ ਇੱਕ ਲੋ ਆਉਟਪੁੱਟ ਪੈਦਾ ਕਰਦਾ ਹੈ ਭਾਵੇਂ ਇੱਕ ਇਨਪੁਟ ਲੋ ਹੋਵੇ। ਇਹ ਐਂਡ ਗੇਟ ਦਾ ਸਿੰਬਲ ਹੈ। ਐਂਡ ਗੇਟ ਲਈ ਲੌਜੀਕਲ ਸਮੀਕਰਨ ਹੈ y = a and b। n ਇਨਪੁਟ ਵਾਲੇ ਐਂਡ ਗੇਟ ਲਈ ਇਨਪੁਟਸ ਦੇ 2 n ਸੰਭਾਵਿਤ ਸੁਮੇਲ ਨੇ। ਜੇਕਰ n = 2 ਹੈ ਤਾਂ ਸੰਭਾਵਿਤ 4 ਸੰਭਾਵਿਤ ਇਨਪੁਟ ਸੁਮੇਲ ਨੇ ਜੋ 0 0 0 1 1 0 1 1 ਨੇ। ਐਂਡ ਗੇਟ ਲਈ ਵਰਤਿਆ ਜਾਣ ਵਾਲਾ IC 7408 ਹੈ। ਇਸ IC ਦੇ ਵਿੱਚ 4 ਐਂਡ ਲੌਜਿਕ ਗੇਟਸ ਆਉਂਦੇ ਨੇ ਜਿੱਥੇ ਹਰੇਕ ਗੇਟ ਨੂੰ ਦੂਜੇ ਗੇਟ ਨੂੰ ਬਦਲੇ ਬਿਨਾਂ ਵੱਖਰੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਲਈ ਇਸ ਨੂੰ ਕੁਐਡਰੂਪਲ 2 ਇਨਪੁਟ ਐਂਡ ਲੌਜਿਕ ਗੇਟਸ ਕਿਹਾ ਜਾਂਦਾ ਹੈ। ਇਹ IC ਇੱਕ ਸਿੰਗਲ ਪਾਵਰ ਸਪਲਾਈ ਦੇ ਨਾਲ ਕੰਮ ਕਰਦਾ ਹੈ, ਪਰ ਇਹ ਸਰਕਿਟ ਦੀ ਜ਼ਰੂਰਤ ਦੇ ਆਧਾਰ ਤੇ ਕਈ ਪੈਕੇਜਸ 'ਚ ਉਪਲਬਧ ਹੈ। ਆਓ ਹੁਣ ਇੱਕ 7408 ਇੰਟੀਗ੍ਰੇਟਿਡ ਸਰਕਿਟ ਦੀ ਪਿਨ ਦੀ ਸੰਰਚਨਾ ਨੂੰ ਵੇਖੀਏ। ਪਿਨ 1 ਐਂਡ 2 ਪਹਿਲੇ ਐਂਡ ਗੇਟ ਲਈ ਇਨਪੁਟਸ ਵਜੋਂ ਕੰਮ ਕਰਦੇ ਨੇ। ਪਿਨ 3 ਪਹਿਲੇ ਐਂਡ ਗੇਟ ਲਈ ਆਉਟਪੁੱਟ ਹੈ। ਪਿਨ 4 ਐਂਡ 5 ਦੂਜੇ ਐਂਡ ਗੇਟ ਲਈ ਇਨਪੁਟ ਵਜੋਂ ਕੰਮ ਕਰਦੇ ਨੇ। ਪਿਨ 6 ਦੂਜੇ ਐਂਡ ਗੇਟ ਲਈ ਆਉਟਪੁੱਟ ਹੈ।
ਪਿਨ 9 ਅਤੇ 10 ਨੂੰ ਤੀਜੇ ਐਂਡ ਗੇਟ ਲਈ ਇਨਪੁਟਸ ਵਜੋਂ ਮਨੋਨੀਤ ਕੀਤਾ ਗਿਆ ਹੈ। ਪਿਨ 8 ਤੀਜੇ ਐਂਡ ਗੇਟ ਲਈ ਆਉਟਪੁੱਟ ਪ੍ਰਦਾਨ ਕਰਦਾ ਹੈ। ਪਿਨ 12 ਅਤੇ 13 ਚੌਥੇ ਐਂਡ ਗੇਟ ਲਈ ਇਨਪੁਟਸ ਵਜੋਂ ਕੰਮ ਕਰਦੇ ਨੇ। ਪਿਨ 11 ਚੌਥੇ ਐਂਡ ਗੇਟ ਲਈ ਆਉਟਪੁੱਟ ਹੈ। ਪਿਨ 7 ਗਰਾਊਂਡ ਨਾਲ ਜੁੜਿਆ ਹੋਇਆ ਹੈ। ਪਿਨ 14 ਦੀ ਵਰਤੋਂ ਸਪਲਾਈ ਵੋਲਟੇਜ ਲਈ ਕੀਤੀ ਜਾਂਦੀ ਹੈ। ਨੋਟ ਕਰੋ ਕਿ 7408 IC ਲਈ ਸਪਲਾਈ ਵੋਲਟੇਜ VCC ਆਮ ਤੌਰ ਤੇ 4.7 ਵੋਲਟ ਤੋਂ 5.25 ਵੋਲਟ ਤੱਕ ਹੁੰਦੀ ਹੈ। ਔਰ ਲੌਜਿਕ ਗੇਟ ਲਈ IC ਗੇਟ ਜੋ ਲੌਜੀਕਲ ਐਡੀਸ਼ਨ ਆਪਰੇਸ਼ਨ ਕਰਦਾ ਹੈ ਉਸ ਨੂੰ ਔਰ ਗੇਟ ਵਜੋਂ ਜਾਣਿਆ ਜਾਂਦਾ ਹੈ, ਜਿਸ ਨੂੰ OR ਫੰਕਸ਼ਨ ਵੀ ਕਿਹਾ ਜਾਂਦਾ ਹੈ। ਦੋ ਜਾਂ ਦੋ ਤੋਂ ਵੱਧ ਇਨਪੁਟਸ ਲਈ ਔਰ ਗੇਟ ਸਿਰਫ ਤਾਂ ਹੀ ਹਾਈ ਆਉਟਪੁੱਟ ਪੈਦਾ ਕਰਦਾ ਹੈ ਜੇਕਰ ਇੱਕ ਜਾਂ ਸਾਰੇ ਇਨਪੁਟਸ ਹਾਈ ਹੋਣ। ਇਹ ਔਰ ਲੌਜਿਕ ਆਪਰੇਸ਼ਨ ਵਾਂਗ ਹੀ ਕੰਮ ਕਰਦਾ ਹੈ। ਇਹ ਔਰ ਗੇਟ ਦਾ ਸਿੰਬਲ ਹੈ। ਔਰ ਗੇਟ ਲਈ ਲੌਜੀਕਲ ਸਮੀਕਰਨ ਹੈ y = a ਔਰ b। ਔਰ ਲੌਜਿਕ ਗੇਟ IC ਲਈ ਇਨਪੁਟ ਪਿਨ n ਦੀ ਸੰਖਿਆ ਸੰਰਚਨਾ ਨੂੰ ਨਿਰਧਾਰਿਤ ਕਰਦੀ ਹੈ। n ਇਨਪੁਟਸ ਵਾਲੇ ਔਰ ਗੇਟ ਲਈ AND ਗੇਟ ਦੀ ਤਰ੍ਹਾਂ ਇਨਪੁਟਸ ਦੇ 2n ਸੰਭਾਵਿਤ ਸੰਯੋਗ ਨੇ। ਔਰ ਗੇਟ ਲਈ ਵਰਤਿਆ ਜਾਣ ਵਾਲਾ IC 7432 ਹੈ। ਇਸ IC 'ਚ 4 ਔਰ ਲੌਜਿਕ ਗੇਟਸ ਸ਼ਾਮਿਲ ਹੁੰਦੇ ਨੇ, ਜਿੱਥੇ ਹਰੇਕ ਗੇਟ ਨੂੰ ਦੂਜੇ ਗੇਟਾਂ ਨੂੰ ਬਦਲੇ ਬਿਨਾਂ ਵੱਖਰੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਲਈ ਇਸ ਨੂੰ ਕੁਐਡਰੂਪਲ 2 ਇਨਪੁਟ ਜਾਂ ਲੌਜਿਕ ਗੇਟਸ ਕਿਹਾ ਜਾਂਦਾ ਹੈ। ਚਲੋ ਹੁਣ IC 7432 ਦੀ ਪਿਨ ਦੀ ਸੰਰਚਨਾ ਵੇਖਦੇ ਹਾਂ। ਪਿਨ 1 ਐਂਡ ਪਿਨ 2 ਪਹਿਲੇ ਔਰ ਗੇਟ ਲਈ ਇਨਪੁਟ ਨੇ, ਜਦੋਂ ਕਿ ਪਿਨ 3 ਇਸ ਦਾ ਆਉਟਪੁੱਟ ਹੈ। ਪਿਨ 4 ਅਤੇ ਪਿਨ 5 ਦੂਜੇ ਔਰ ਗੇਟ ਲਈ ਇਨਪੁਟਸ ਦੇ ਤੌਰ ਤੇ ਕੰਮ ਕਰਦੇ ਨੇ ਅਤੇ ਪਿਨ 6 ਆਉਟਪੁੱਟ ਦੇ ਤੌਰ ਤੇ ਕੰਮ ਕਰਦੇ ਨੇ। ਤੀਜੇ ਔਰ ਗੇਟ ਲਈ ਪਿਨ 10 ਅਤੇ ਪਿਨ 9 ਇਨਪੁਟਸ ਨੇ ਅਤੇ ਪਿਨ 8 ਆਉਟਪੁੱਟ ਹੈ। ਚੌਥਾ ਔਰ ਗੇਟ ਪਿਨ 12 ਅਤੇ ਪਿਨ 13 ਨੂੰ ਇਨਪੁਟਸ ਵਜੋਂ ਵਰਤਦਾ ਹੈ ਅਤੇ ਇਸ ਦਾ ਆਉਟਪੁੱਟ ਪਿਨ 11 ਤੇ ਹੈ। ਪਿਨ 7 ਗਰਾਊਂਡ ਨਾਲ ਜੁੜਿਆ ਹੋਇਆ ਹੈ। ਪਿਨ 14 ਸਪਲਾਈ ਵੋਲਟੇਜ ਜਾਂ VCC ਆਮ ਤੌਰ ਤੇ +5 ਵੋਲਟ ਹੁੰਦਾ ਹੈ। ਨੌਟ ਲੌਜਿਕ ਗੇਟ ਲਈ IC ਉਹ ਗੇਟ ਜੋ ਉਲਟ ਕੰਮ ਕਰਦਾ ਹੈ ਉਸ ਨੂੰ ਨੌਟ ਗੇਟ ਕਿਹਾ ਜਾਂਦਾ ਹੈ। ਇੱਕ ਸਿੰਗਲ ਇਨਪੁਟ ਲਈ ਨੌਟ ਗੇਟ ਇਨਪੁਟ ਦੇ ਪੂਰਕ ਵਜੋਂ ਆਉਟਪੁੱਟ ਪੈਦਾ ਕਰਦਾ ਹੈ। ਨੌਟ ਗੇਟ ਸਿਰਫ ਤਾਂ ਹੀ ਹਾਈ ਆਉਟਪੁੱਟ ਪੈਦਾ ਕਰਦਾ ਹੈ ਜੇਕਰ ਇਨਪੁਟ ਲੋ ਹੈ ਅਤੇ ਲੋ ਆਉਟਪੁੱਟ ਤੇ ਇਨਪੁਟ ਹਾਈ ਹੈ। ਇਹ ਨੌਟ ਲੌਜਿਕ ਵਾਂਗ ਕੰਮ ਕਰਦਾ ਹੈ। ਇਹ ਨੌਟ ਲੌਜਿਕ ਗੇਟ ਦਾ ਸਿੰਬਲ ਹੈ। IC 7404 ਇੱਕ ਹੈਕਸ ਇਨਵਰਟਰ ਚਿਪ ਹੈ, ਜਿਸ ਦਾ ਮਤਲਬ ਹੈ ਕਿ ਇਸ ਵਿੱਚ 6 ਸੁਤੰਤਰ ਇਨਵਰਟਰ ਗੇਟ ਨੇ। ਇਹ ਆਮ ਤੌਰ ਤੇ 14 ਪਿਨ ਪੈਕੇਜ ਵਿੱਚ ਆਉਂਦਾ ਹੈ। ਆਓ ਇਸ ਦੀ ਪਿਨ ਸੰਰਚਨਾ ਨੂੰ ਦੇਖੀਏ। ਪਿਨ 1 ਅਤੇ ਪਿਨ 2 ਪਹਿਲਾ ਇਨਵਰਟਰ ਬਣਾਉਂਦੇ ਨੇ, ਜਿਸ ਵਿੱਚ ਪਿਨ 1 ਇਨਪੁਟ ਅਤੇ ਪਿਨ 2 ਆਉਟਪੁੱਟ ਹੁੰਦਾ ਹੈ। ਦੂਜੇ ਇਨਵਰਟਰ 'ਚ ਪਿਨ 3 ਇਨਪੁਟ ਦੇ ਰੂਪ 'ਚ ਅਤੇ ਪਿਨ 4 ਆਉਟਪੁੱਟ ਦੇ ਰੂਪ 'ਚ ਹੁੰਦਾ ਹੈ। ਤੀਜੇ ਇਨਵਰਟਰ ਲਈ ਪਿਨ 5 ਇਨਪੁਟ ਹੈ ਅਤੇ ਪਿਨ 6 ਆਉਟਪੁੱਟ ਹੈ। ਚੌਥਾ ਇਨਵਰਟਰ ਪਿਨ 9 ਨੂੰ ਇਨਪੁਟ ਵਜੋਂ ਅਤੇ ਪਿਨ 8 ਨੂੰ ਆਉਟਪੁੱਟ ਵਜੋਂ ਵਰਤਦਾ ਹੈ। ਪੰਜਵੇਂ ਇਨਵਰਟਰ ਲਈ ਪਿਨ 11 ਇਨਪੁਟ ਹੈ ਅਤੇ ਪਿਨ 10 ਆਉਟਪੁੱਟ ਹੈ। ਅੰਤ ਵਿੱਚ ਛੇਵੇਂ ਇਨਵਰਟਰ 'ਚ ਪਿਨ 13 ਇਨਪੁਟ ਦੇ ਰੂਪ 'ਚ ਅਤੇ ਪਿਨ 12 ਨੂੰ ਆਉਟਪੁੱਟ ਦੇ ਰੂਪ 'ਚ ਸ਼ਾਮਿਲ ਕੀਤਾ ਗਿਆ ਹੈ। ਪਿਨ 7 ਗਰਾਊਂਡ ਨਾਲ ਜੁੜਿਆ ਹੋਇਆ ਹੈ। ਪਿਨ 14 ਸਪਲਾਈ ਵਜੋਂ VCC ਨਾਲ ਜੁੜਿਆ ਹੋਇਆ ਹੈ, ਜੋ ਕਿ ਆਮ ਤੌਰ ਤੇ +5 ਵੋਲਟ ਹੁੰਦੀ ਹੈ। ਇਹ ਸਾਨੂੰ ਇਸ ਸੈਸ਼ਨ ਦੇ ਅੰਤ ਵਿੱਚ ਲਿਆਉਂਦਾ ਹੈ। ਇਸ ਸੈਸ਼ਨ ਵਿੱਚ ਅਸੀਂ ਇਹ ਸਿੱਖਿਆ ਹੈ ਬੇਸਿਕ ਲੌਜਿਕ ICs ਅਤੇ ਉਹਨਾਂ ਦੇ ਕਾਰਜਾਂ ਦੀ ਪਛਾਣ ਕਰਨਾ। ਦੇਖਣ ਲਈ ਧੰਨਵਾਦ। ਅਸੀਂ ਤੁਹਾਨੂੰ ਸੈਸ਼ਨ ਦੇ ਭਾਗ 2 ਵਿੱਚ ਮਿਲਾਂਗੇ।